गुड मॉर्निंग स्टूडेंट्स। ये अपना चैप्टर है मॉलिकुलर बेसिस ऑफ इनहेरिटेंस। मैं ਤੁਹਾਨੂੰ ਜਿਵੇਂ ਪਹਿਲਾਂ ਇੱਕ ਵੀਡੀਓ ਭੇਜੀ ਸੀ ਡੀਐਨਏ ਦੀ ਸਟਰਕਚਰ, ਜਿਵੇਂ ਇੱਥੇ ਨੇ ਦੱਸਿਆ ਕਿ ਡੀਐਨਏ ਕੀ ਹੈ। ਡੀਐਨਏ ਡੀਆਕਸੀਰਾਈਬੋਨਿਊਕਲੀਓਟਾइड्स ਦਾ ਪੋਲੀਮਰ ਹੈ, ਮੀਨਸ ਕਿ ਇੱਕ ਤੋਂ ਜ਼ਿਆਦਾ ਡੀਆਕਸੀਰਾਈਬੋਨਿਊਕਲੀਓਟਾइड ਮਿਲ ਕੇ ਡੀਐਨਏ ਦੀ ਸਟਰਕਚਰ ਬਣਾਉਂਦੇ ਆ। ਨਿਊਕਲੀਓਸਾਈਡ ਨਿਊਕਲੀਓਟਾइड, ਹੁਣ ਦੋ ਚੀਜ਼ਾਂ ਯਾਦ ਕਰਨ ਵਾਲੀਆਂ। ਨਿਊਕਲੀਓਸਾइड्स ਕੀ ਹੁੰਦਾ ਹੈ? ਜਦੋਂ ਨਾਈਟ੍ਰੋਜਨ ਬੇਸ ATCG, ਚਾਰ ਨਾਈਟ੍ਰੋਜਨ ਬੇਸ ਸੀਗੇ ਆ ਡੀਐਨਏ ਦੀ ਸਟਰਕਚਰ 'ਚ, ਇਹਨਾਂ ਦੇ ਨਾਲ ਇੱਕ ਸ਼ੂਗਰ ਮਿਲ ਜੇਗੀ। ਕਿਹੜੀ ਸ਼ੂਗਰ? ਡੀਆਕਸੀਰਾਈਬੋਜ਼। ਸ਼ੂਗਰ ਪਲੱਸ ਨਾਈਟ੍ਰੋਜਨ ਬੇਸ ਮਿਲ ਕੇ ਨਿਊਕਲੀਓਸਾइड ਬਣਾਉਣਗੇ। ਜਿਵੇਂ ਐਗਜ਼ਾਮਪਲ ਐਡੀਨੋਸਿਨ, ਡੀਆਕਸੀ ਐਡੀਨੋਸਿਨ ਬਣ ਜਾਏਗਾ। ਫਿਰ ਅਗਲਾ ਨਿਊਕਲੀਓਟਾइड, ਜਦੋਂ ਨਿਊਕਲੀਓਸਾइड ਦੇ ਨਾਲ ਇੱਕ ਫਾਸਫੇਟ ਗਰੁੱਪ ਮਿਲ ਜਾਏਗਾ ਦੈਨ ਉਹ ਕੀ ਬਣ ਜਾਏਗਾ? ਨਿਊਕਲੀਓਟਾइड। ਹੁਣ ਡਬਲ ਹੈਲਿਕਸ ਮਾਡਲ ਜਿਹੜੇ ਹੈਗੇ ਆ, ਇਹ ਕੁਝ ਸਾਇੰਟਿਸਟ ਨੇ ਇਹਨਾਂ ਨੇ ਇਸ ਸਟਰਕਚਰ ਬਾਰੇ ਦਿੱਤੀ ਹੈ। ਹੁਣ ਡਬਲ ਹੈਲਿਕਸ ਦੀ ਗੱਲ ਕਰੀਏ, ਤੁਸੀਂ ਇਹ ਦੇਖੋ ਥੱਲੇ ਦੇਖ ਰਹੇ ਹੋ ਸੀਡੀਨੋਮਾ ਡਬਲ ਹੈਲਿਕਸ ਜਿਹੜੀ ਸਟਰਕਚਰ ਹੈ। ਹੁਣ ਇਹਦੇ 'ਚ ਇਹਨਾਂ ਨੇ ਯੈਲੋ ਕਲਰ ਨਾਲ ਐਡਰੀਨ ਨੂੰ ਸ਼ੋ ਕੀਤਾ ਹੈ, ਗ੍ਰੀਨ ਕਲਰ ਨਾਲ ਥਾਈਮਿਨ ਨੂੰ, ਗੁਆਨਿਨ ਨੂੰ, ਸਾਈਟੋਸਿਨ ਨੂੰ ਸ਼ੋ ਕੀਤਾ ਹੈ। ATCG, ए हमेशा T ਨਾਲ जुड़ेगा, एड्रीन हमेशा थाइमिन ਨਾਲ जुड़ेगा, C हमेशा G ਨਾਲ, साइटोसिन हमेशा गुआनिन ਨਾਲ जुड़ेगा। आ देखो डायग्राम ਦੇ ਵਿੱਚ देखो A ਤੇ T ਦੇ ਵਿਚਕਾਰ डबल हाइड्रोजन बॉन्ड है, ਜਿਹੜੀ ਲਾਈਨ ਹੈ ਡੋਟਡ ਲਾਈਨ ਹੈ ਉਹ A ਤੇ T ਦੇ ਵਿੱਚ ਡਬਲ ਹੈ, C ਤੇ G ਦੇ ਵਿੱਚ ਵੇਖੋਗੇ ਉਹ ਟ੍ਰਿਪਲ ਹੈ। ਫਿਰ ਉਹਨਾਂ ਦੇ ਨਾਲ ਅਗਲੇ ਪਾਸੇ ਸ਼ੂਗਰ ਜੁੜੀ ਹੋਈ ਹੈ, ਫਿਰ ਇੱਕ ਫਾਸਫੋਰਸ ਵੀ ਜੁੜਿਆ ਹੈ। ਤਾਂ ਆ ਜਿਹੜੀ ਸਟਰਕਚਰ ਹੈ ਤੁਸੀਂ ਇਹ ਕਰ ਚੁੱਕੇ ਹੋ। ਇਹ ਵੀ ਇੰਪੋਰਟੈਂਟ ਕੁਐਸਚਨ ਹੈ, ਕਈ ਵਾਰੀ ਕੁਐਸਚਨ ਲੈਂਦੇ ਆ ਕਿ ਡਬਲ ਹੈਲਿਕਸ ਜਿਹੜਾ ਹੈਗਾ ਉਹਦੀ ਸਟਰਕਚਰ ਨੂੰ ਐਕਸਪਲੇਨ ਕਰੋ। ਫਿਰ ਅੱਗੇ ਆਪਾਂ ਗੱਲ ਕੀਤੀ ਸੀਗੀ ਪੈਕਿੰਗ ਆਫ ਡੀਐਨਏ ਦੀ। ਡੀਐਨਏ ਕਿਵੇਂ ਪੈਕ ਹੁੰਦਾ ਹੈ? ਆਪਾਂ ਦੇਖਿਆ ਕਿ ਜਿਹੜੇ ਡੀਐਨਏ ਦਾ ਇੱਕ ਬੇਸ ਪੇਅਰ ਹੈ, ਜਿਹੜੇ ਦੋ, ਉਹਨਾਂ ਦੀ ਜਿਹੜੀ ਡਿਸਟੈਂਸ ਹੈ 0.3 ਨੈਨੋਮੀਟਰ ਹੈ। ਟੋਟਲ ਨੰਬਰ ਬੇਸ ਪੇਅਰ ਕਿੰਨੇ ਹੈਗੇ? ਇੱਕ ਹਿਊਮਨ ਬੀਇੰਗ ਦੇ ਵਿੱਚ 6.6 ਮਲਟੀਪਲਾਈ 10⁻⁹ ਬੇਸ ਪੇਅਰ ਹੈ। ਲੈਂਥ ਕਿੰਨੀ ਹੈ? 0.34 मल्टीप्लाई 10⁻⁹ मल्टीप्लाई 6.6 मल्टीप्लाई 10⁻⁹, लगभग 2.2 मीटर ਜਿਹੜੀ ਹੈਗੀ ਹੈ ਡੀਐਨਏ ਦੀ ਲੈਂਥ ਹੈ। ਜਿਹੜੀ ਇੱਕ ਨਿਊਕਲੀਅਸ, ਇੱਕ ਸੈੱਲ ਦੀ ਗੱਲ ਕਰ ਰਹੇ ਹਾਂ ਆਪਾਂ, ਇੱਕ ਸੈੱਲ ਦੇ ਵਿੱਚ 2.2 ਮੀਟਰ ਲੰਬਾ ਡੀਐਨਏ ਹੁੰਦਾ। ਇਹ ਇੰਨਾ ਜ਼ਿਆਦਾ ਲੰਬਾ ਹੈ ਕਿ ਇਹਨੂੰ ਇੱਕ ਨਿਊਕਲੀਅਸ ਦੇ ਵਿੱਚ ਜਿਹੜਾ ਦੀ ਟੋਟਲ ਜਿਹੜਾ ਏਰੀਆ ਉਹ 10⁻⁻6 ਮੀਟਰ ਹੈ, ਉਹਦੇ ਵਿੱਚ ਰੱਖਣਾ ਬੜਾ ਔਖਾ ਹੈ। ਤਾਂ ਉਹ ਕਿਵੇਂ ਕਰਨਗੇ? ਤੁਸੀਂ ਦੇਖੋ ਜਿਵੇਂ ਉਹਦਾ ਗੋਲਾ ਹੁੰਦਾ ਇਹ ਉਸ ਤਰ੍ਹਾਂ ਇੱਕ ਦੂਜੇ ਦੇ ਆਲੇ ਦੁਆਲੇ ਇਹ ਲਿਪਟੇ ਹੁੰਦੇ ਆ। ਇਹ ਉਹਦੇ ਗੋਲੇ ਬਣ ਕੇ ਇੱਕ ਤਰ੍ਹਾਂ ਦੇ ਬਰਡਸ ਬਣ ਜਾਣਗੇ। ਬਰਡਸ ਜਿਹੜੇ ਹੈਗੇ ਆ ਇਹ ਸਟੋਨ ਪ੍ਰੋਟੀਨ ਦੇ ਨਾਲ ਜੁੜ ਜਾਂਦੇ। ਜਿਵੇਂ ਮੋਤੀ ਦੀ ਮਾਲਾ ਹੋਈ, ਮੋਤੀ ਦੀ ਮਾਲਾ ਦੇ ਵਿੱਚ ਆਪਾਂ ਦੇਖਿਆ ਜਿਹੜਾ ਬਰਡਸ ਹੁੰਦੇ ਆ ਵਿੱਚ ਜਿਹੜੇ ਉਹ ਡੀਐਨਏ ਹੈ। ਬਾਕੀ ਜਿਹੜਾ ਐਕਸਟਰਾ ਮਟੀਰੀਅਲ ਜਿਹੜਾ ਧਾਗਾ ਵਗੈਰਾ ਹੈਗਾ ਉਹ ਹਿਸਟੋਨ ਪ੍ਰੋਟੀਨ ਹੈ। ਇਹ ਜਿਹੜੇ ਬਰਡਸ ਨੇ ਇੱਕ ਤਰ੍ਹਾਂ ਦੇ ਊਨ ਦੇ ਗੋਲੇ ਨੇ। ਇਸ ਤਰ੍ਹਾਂ ਦੇ ਵਿੱਚ ਬੇਸ ਪੇਅਰ ਹੁੰਦੀ ਹੈ। ਇਹ ਨਿਊਕਲੀਓਸੋਮ ਬਣਦੇ ਆ। ਜਦੋਂ ਇੱਕ ਗੋਲਾ ਬਣਾ ਲੈਂਦੇ ਆ, ਇਹਦਾ 200 ਬੇਸ ਪੇਅਰ ਲਗਭਗ ਜਿਹੜੇ ਆ ਉਹਦੇ ਵਿੱਚ ਇੱਕ ਨਿਊਕਲੀਓਸੋਮ ਦੇ ਵਿੱਚ ਆ ਜਾਂਦੇ ਆ। ਦੇ ਆ ਪੋਜ਼ੀਟਿਵਲੀ ਚਾਰਜ ਬੇਸਿਕ ਪ੍ਰੋਟੀਨ, ਇਹਨਾਂ ਵਿੱਚ ਪੋਜ਼ੀਟਿਵਲੀ ਚਾਰਜ ਬੇਸਿਕ ਪ੍ਰੋਟੀਨ ਹਿਸਟੋਨ ਹੁੰਦੀ ਹੈ। ਡੀਐਨਏ ਜਿਹੜਾ ਉਹ ਨੈਗੇਟਿਵ ਚਾਰਜ ਹੈ, ਉਹ ਜਿਹੜਾ ਉਹਨਾਂ ਦੇ ਆਲੇ ਦੁਆਲੇ ਰਾਊਂਡ ਵਾਈਂਡ ਹੋ ਜਾਂਦਾ ਹੈ। ਉਸ ਤੋਂ ਬਾਅਦ ਆ ਗਿਆ ਇੱਕ ਗੱਲ ਕੀਤੀ ਕਿ ਜੈਨੇਟਿਕ ਮਟੀਰੀਅਲ ਕਿਹੜਾ ਹੈ? ਡੀਐਨਏ ਹੈ, RNA ਹੈ ਜਾਂ ਪ੍ਰੋਟੀਨ ਹੈ? ਕਿਉਂਕਿ ਤਿੰਨ ਚੀਜ਼ਾਂ ਹੁੰਦੀਆਂ ਜਿਹੜੀਆਂ ਅੱਗੇ ਟ੍ਰਾਂਸਫਰ ਹੁੰਦੀਆਂ, ਤਾਂ ਤਿੰਨਾਂ 'ਚੋਂ ਕੋਈ ਇੱਕ ਚੀਜ਼ ਹੋ ਸਕਦੀ, ਜਾਂ ਵਿੱਚ ਮੌਜੂਦ ਪ੍ਰੋਟੀਨ ਜਾਂ ਡੀਐਨਏ ਜਾਂ RNA। ਉਸ ਦੇ ਲਈ ਸਭ ਤੋਂ ਪਹਿਲਾਂ ਜਿਵੇਂ ਗ੍ਰਿਫਟ ਐਕਸਪੈਰੀਮੈਂਟ ਮੈਂ ਤੁਹਾਨੂੰ ਐਕਸਪਲੇਨ ਕਰ ਚੁੱਕਿਆ ਪਹਿਲਾਂ। ਫਿਰ ਉਸ ਤੋਂ ਬਾਅਦ ਉਹਨਾਂ ਨੇ ਸੈਕਿੰਡ ਐਕਸਪੈਰੀਮੈਂਟ ਕੀਤਾ, ਠੀਕ ਹੈ, ਹਾਰਸ਼ੇ ਚੀਜ਼ ਨੇ। ਇਹਨਾਂ ਨੇ ਇਸ ਬੇਸ 'ਤੇ ਦੱਸਿਆ ਕਿ ਜਿਹੜਾ ਜੈਨੇਟਿਕ ਮਟੀਰੀਅਲ ਜਿਹੜਾ ਉਹ ਡੀਐਨਏ ਹੈ। ਮੈਂ ਤੁਹਾਨੂੰ ਇੱਕ ਕੁਐਸਚਨ ਵੀ ਸ਼ੇਅਰ ਕੀਤਾ ਸੀਗਾ, ਪੁੱਛਿਆ ਸੀ ਤੁਹਾਡੇ ਕੋਲੋਂ, ਜਿਹਦੇ 'ਚ ਮੈਂ ਪੁੱਛਿਆ ਸੀਗਾ ਕਿ ਡੀਐਨਏ, RNA ਅਤੇ ਪ੍ਰੋਟੀਨ ਦੇ ਵਿੱਚੋਂ ਕਿਹੜਾ ਚੰਗਾ ਮਟੀਰੀਅਲ ਹੈ ਅਤੇ ਕਿਉਂ? ਇਹ ਕੁਐਸਚਨ ਜਿਹੜਾ ਹੈ ਤੁਹਾਨੂੰ ਤੁਹਾਡੀ NCERT ਬੁੱਕਸ ਦੇ ਵਿੱਚ ਥੋੜ੍ਹਾ ਜਿਹਾ ਤੁਸੀਂ ਦੇਖੋ, ਉਹਨੂੰ ਲੱਭੋ, ਪਲੱਸ ਨਾਲ ਜਿਹੜੀ ਮੈਂ ਇੱਕ ਐਗਜ਼ਾਮ ਆਈਡੀਆ ਦੇ ਕੁਝ ਨੋਟਸ ਭੇਜੇ ਸੀ ਉਹਦੇ 'ਚੋਂ ਵੀ ਮਿਲ ਜਾਏਗਾ। ਹੁਣ ਅੱਗੇ ਡਿਫਰੈਂਸ ਆ ਗਿਆ ਡੀਐਨਏ ਅਤੇ RNA ਦੇ ਵਿੱਚ। ਡਿਫਰੈਂਸ ਕੀ ਹੈ? ਜੈਨੇਟਿਕ ਮਟੀਰੀਅਲ ਦੀ ਪ੍ਰੋਪਰਟੀ ਆ ਗਈ। ਆ ਦੇਖੋ ਹੀ ਕੁਐਸਚਨ ਫਿਰ ਆ ਗਿਆ ਕਿ ਜੈਨੇਟਿਕ ਮਟੀਰੀਅਲ ਦੀ ਕਿਹੜੀ ਪ੍ਰੋਪਰਟੀ ਹੋਣੀ ਚਾਹੀਦੀ ਹੈ। ਉਹਨਾਂ ਵਿੱਚ ਦੇਖੋ ਡੀਐਨਏ ਅਤੇ RNA ਦੇ ਵਿੱਚੋਂ ਕੰਪੈਰੀਜ਼ਨ ਕੀਤਾ, ਇਹਨਾਂ ਦੋਨੋਂ ਵਿੱਚੋਂ ਕਿਹਦੇ ਵਿੱਚ ਜ਼ਿਆਦਾ ਪ੍ਰੋਪਰਟੀ ਹੈ। ਇਸ ਕਰਕੇ ਉਹਨਾਂ ਨੇ ਇਹ ਦੱਸਿਆ ਕਿ ਜਿਹੜਾ ਜੈਨੇਟਿਕ ਮਟੀਰੀਅਲ ਜਿਹੜਾ ਉਹ ਡੀਐਨਏ। ਆਹ ਕੁਐਸਚਨ ਜਿਹੜਾ ਮੈਂ ਤੁਹਾਨੂੰ ਹੁਣ ਡਿਸਕਸ ਕਰ ਰਿਹਾ ਸੀ ਉਹ ਕੁਐਸਚਨ ਦਾ ਆਨਸਰ ਇੱਥੇ ਮਿਲ ਜਾਏਗਾ ਤੁਹਾਨੂੰ। ਹੁਣ ਆ ਗਈ ਡੀਐਨਏ ਰੈਪਲੀਕੇਸ਼ਨ। ਰੈਪਲੀਕੇਸ਼ਨ ਮੀਨਸ
DNA टू DNA मीन्स कि उनकी कॉपीज तैयार कर। DNA replication is a phenomena in which a duplicate copy of DNA is synthesized. DNA ਤੋਂ DNA ਤਿਆਰ ਕਰਨਾ is called DNA replication. Replication ਦੇ ਵਿੱਚ ਤੁਸੀਂ ਆ ਦੇਖੋ, ਆ ਜਿਹੜੇ ਦੋ ਸਟੈਂਡ ਹੈ, ਆ ਉੱਪਰੋਂ ਤੁਸੀਂ ਦੇਖੋਗੇ ਡਾਇਗਰਾਮ ਦੇ ਵਿੱਚ ਇਹ ਦੋਨੋਂ ਖੁੱਲ ਰਹੇ ਹੈ, ਇਹ ਦੋਨੋਂ ਜਿਹੜੇ ਡਬਲ ਹੈਲਿਕਸ ਦੇ ਜਿਹੜੇ ਸੀਗੇ ਇੱਕ ਦੂਜੇ ਤੋਂ ਸੈਪਰੇਟ ਹੋ ਜਾਂਦੇ ਹੈ, ਤੇ ਦੋਨੋਂ ਜਿਹੜੇ ਸੈਪਰੇਟ ਹੋਏ ਸਟੈਂਡ ਹੈ ਉਹ ਐਕਟ ਐਜ਼ ਏ ਟੈਂਪਲੇਟ ਸਟੈਂਡ ਵਜੋਂ ਕੰਮ ਕਰਦੇ ਹਨ। ਜਦੋਂ ਟੈਂਪਲੇਟ ਵਜੋਂ ਕੰਮ ਕਰਨਗੇ ਤਾਂ ਉਹਨਾਂ ਦੇ ਸਾਹਮਣੇ ਮੰਨ ਲਓ ਦੇਖੋ, ਆ ਧਿਆਨ ਨਾਲ ਦੇਖੋ, ਆ ਜਦੋਂ ਹੈਲਿਕਸ ਖੁੱਲਿਆ ਇੱਥੇ CGC ਖੁੱਲ ਗਿਆ, ਇੱਧਰ A ਰਹਿ ਗਿਆ, TGA ਇਸੇ ਤਰ੍ਹਾਂ ਖੁੱਲ ਗਿਆ, ਆ ਸਾਰਾ ਖੁੱਲਿਆ। ਹੁਣ TA ਦੇ ਸਾਹਮਣੇ ਕੀ ਹੋਏਗਾ, T ਆਟੋਮੈਟਿਕਲੀ ਉਹ T ਆ ਕੇ ਜੁੜ ਜਾਏਗਾ, ਫਿਰ T ਦੇ ਸਾਹਮਣੇ A ਆ ਕੇ ਜੁੜ ਜਾਏਗਾ, G ਦੇ ਸਾਹਮਣੇ C ਆ ਕੇ ਜੁੜ ਜਾਏਗਾ, ਉਵੇਂ T ਦੇ ਸਾਹਮਣੇ A, ਇਸ ਤਰ੍ਹਾਂ ਜੁੜਦੇ ਜਾਣਗੇ ਤਾਂ ਉਹ ਅੱਗੇ ਕੰਪਲੀਮੈਂਟਰੀ ਸਟੈਂਡ ਜਿਹੜਾ ਉਹ ਬਣਦਾ ਜਾਏਗਾ। ਇਨ ਰੈਪਲੀਕੇਸ਼ਨ टू स्टैंड ऑफ DNA हेलिक्स सैपरेट हो गए एंड ईच स्टैंड एक्ट एज टैंपलेट, तो ईच स्टैंड एज ए टैंपलेट काम किया फॉर सिंथेसाइजिंग न्यू कंप्लीमेंट्री स्टैंड नू सिंथेसाइज करने लई। आफ्टर कंप्लीशन ऑफ रेप्लीकेशन, जो एक रेप्लीकेशन कंप्लीट हो जाएगा, टू कॉपीज ऑफ प्रोड्यूस विच हैव वन पैरेंटल तो वन न्यू सिंथेसाइज स्टैंड। आ देखो रेड कलर वाला पैरेंटल है तो जो नाल ब्लू कलर वाला वो न्यू सिंथेसाइज स्टैंड है। द स्कीम ऑफ रेप्लीकेशन इज कॉल्ड सैमी कंजरवेटिव। हुण उसनूं समझाउण लई उन्होंने एक्सपैरीमेंट किया मीजल ने, उसने दस्सिया कि DNA रेप्लीकेशन है सैमी कंजरवेटिव है। उन्होंने की किया, सब तो पहला ईकोलाई बैक्टीरिया सीगा, उन्होंने एक मीडियम दे विच ग्रो कराया जिस दे विच हैवी आइसोटोप N15 सी। हुण ये N15 ਜਦੋਂ ਉਹਦੇ ਵਿੱਚ ਗਰੋ ਕਰਾਂਗੇ ਤਾਂ ਉਹ ਇਨਕੋਰਪੋਰੇਟ ਹੋ ਜਾਣਗੇ ਉਹਨਾਂ ਦੇ DNA ਦੇ ਨਾਲ, ਈਕੋਲਾਈ ਦੇ, ਤੇ ਜਿਹੜਾ DNA ਉਹ ਹੈਵੀ DNA ਬਣ ਜਾਏਗਾ। ਹੈਵੀ DNA ਜਿਹੜੇ ਹੋ ਜਾਂਦੇ ਆ ਉਹਨਾਂ ਨੂੰ ਆਪਾਂ ਨੋਰਮਲ DNA ਤੋਂ ਡਿਫਰੈਂਸ਼ੀਏਟ ਕਰ ਸਕਦੇ ਹਾਂ ਬਾਏ ਗ੍ਰੇਡੀਐਂਟ ਸੈਂਟਰੀਫਿਊਗੇਸ਼ਨ ਨਾਲ, ਉਹਨੂੰ ਆਪਾਂ ਚੈੱਕ ਕਰ ਸਕਦੇ ਹਾਂ। ਉਹਨਾਂ ਨਾਲ ਸੈੱਲ ਨੂੰ ਟਰਾਂਸਪੋਰਟ ਇਨਟੂ ਅ ਮੀਡੀਅਮ ਜਿੱਥੇ N14 ਨਾਈਟ੍ਰੋਜਨ ਸੋਰਸ ਸੀਗਾ ਉਹਦੇ ਵਿੱਚ ਟ੍ਰਾਂਸਫਰ ਕਰ ਦਿੱਤਾ, ਸੈਂਪਲ ਲਏ, ਦ DNA ਵਾਜ਼ ਐਕਸਟ੍ਰੈਕਟਡ। ਈਕੋਲਾਈ ਡਿਵਾਈਡ ਐਵਰੀ 20 ਮਿੰਟਸ, ਜਿਹੜੀ ਈਕੋਲਾਈ ਬੈਕਟੀਰੀਆ ਜਿਹੜੀ ਉਹ ਹਰੇਕ 20 ਮਿੰਟਾਂ ਦੇ ਬਾਅਦ ਡਿਵਾਈਡ ਕਰਦੇ ਆ। DNA ਐਕਸਟ੍ਰੈਕਟ ਆਫਟਰ 20 ਮਿੰਟ ਹੈਡ ਏ ਹਾਈਬ੍ਰਿਡ ਡੈਂਸਿਟੀ, ਉਹਨਾਂ ਦੇ ਵਿੱਚ ਹਾਈਬ੍ਰਿਡ ਡੈਂਸਿਟੀ ਸੀ। ਮੀਨਸ ਕਿ ਤੁਸੀਂ ਆ ਦੇਖੋ, ਆ ਈਕੋਲਾਈ ਸੀਗਾ ਜਿਹਦੇ ਵਿੱਚ N15 ਕਾਰਪੋਰੇਟ ਸੀਗਾ, ਜਦੋਂ ਇਹਨਾਂ ਨੂੰ N14 ਵਾਲੇ ਮੀਡੀਅਮ ਵਿੱਚ ਗਰੋ ਕਰਾਇਆ ਤੈਨ ਜਿਹੜੇ DNA ਬਣੇ ਉਹ ਹਾਈਬ੍ਰਿਡ ਸਕੀਮ ਵਿੱਚ, ਇੱਕ ਜਿਹੜੀ ਲਾਈਨ ਲੜੀ ਸੀਗੀ ਹੈਲਿਕਸ ਸੀਗਾ ਉਹ N15 DNA ਸੀਗਾ, ਇੱਕ N14 ਸੀਗਾ। ਜਦੋਂ ਆਫਟਰ 14 ਮਿੰਟਸ ਇਕੁਅਲ ਅਮਾਊਂਟ ਆਫ ਹਾਈਬ੍ਰਿਡ ਤੇ ਲਾਈਟ ਇੰਟੈਂਸਿਟੀ ਜਿਹੜੀ ਆ ਉਹ ਪਾਏਗੀ। These implies that newly synthesized DNA obtain one of its stand from parents and replication is semi-conservative. Question आ जाता है कि why DNA replication is called semi-conservative। explain with experiment, ਤਾਂ ਆਪਾਂ ਇਹ ਡਾਇਗਰਾਮ ਤੇ ਇੱਕ ਐਕਸਪੈਰੀਮੈਂਟ ਲਿਖ ਕੇ ਇਸ ਕੁਐਸਚਨ ਨੂੰ ਸ਼ੋ ਕਰ ਸਕਦੇ ਹਾਂ। ਹੁਣ ਗੱਲ ਆਉਂਦੀ ਹੈ ਕਿ ਮਕੈਨਿਜ਼ਮ ਕੀ ਹੈ DNA ਰੈਪਲੀਕੇਸ਼ਨ ਦਾ। DNA ਰੈਪਲੀਕੇਸ਼ਨ ਜਿਹੜਾ ਹੈ ਉਹ S ਫੇਜ਼ ਦੇ ਵਿੱਚ ਹੁੰਦਾ ਹੈ। ਆਪਾਂ ਸੈੱਲ ਡਿਵੀਜ਼ਨ ਪੜ੍ਹਿਆ ਸੀ, ਉਹਦੇ ਵਿੱਚ S ਫੇਜ਼ ਹੈ। S ਫੇਜ਼ ਦੇ ਵਿੱਚ ਜਿਹੜਾ DNA ਰੈਪਲੀਕੇਸ਼ਨ ਹੁੰਦਾ ਹੈ। ਇੰਜ਼ਾਈਮ ਕਿਹੜੇ ਹੈ, DNA ਪੋਲੀਮਰੇਜ਼। ਕਿਹੜਾ DNA ਪੋਲੀਮਰੇਜ਼, DNA ਡਿਪੈਂਡੈਂਟ, ਕਿਉਂਕਿ ਇਹ DNA ਦਾ ਰੈਪਲੀਕੇਸ਼ਨ ਹੋ ਰਿਹਾ, ਇਸ ਕਰਕੇ DNA ਡਿਪੈਂਡੈਂਟ DNA ਪੋਲੀਮਰੇਜ਼ ਹੈ। ਫਿਰ ਉਸ ਤੋਂ ਇਲਾਵਾ એનર્ਜੀ ਚਾਹੀਦੀ ਹੁੰਦੀ ਹੈ, એનર્ਜੀ ਲਈ ਕੀ ਚੀਜ਼ ਦੀ ਲੋੜ ਹੁੰਦੀ ਹੈ, ਡੀਆਕਸੀ ਰਾਈਬੋ ਨਿਊਕਲੀਓਸਾਈਡ ਟ੍ਰਾਈਫਾਸਫੇਟ DNTP। DNTP ਦੇ ਡਬਲ ਪਰਪਸ ਹੈ, ਇਹ ਐਜ ਏ ਸਬਸਟ੍ਰੇਟ ਵੀ ਕੰਮ ਕਰਦਾ, એનર્ਜੀ ਵੀ ਪ੍ਰੋਵਾਈਡ ਕਰਾਉਂਦਾ ਹੈ। ਰੈਪਲੀਕੇਸ਼ਨ ਜਿਹੜਾ ਹੁੰਦਾ ਇੱਕ ਸਪੈਸੀਫਿਕ ਰੀਜ਼ਨ ਹੁੰਦਾ ਹੈ ਜਿੱਥੋਂ ਇਹ ਸ਼ੁਰੂ ਹੋਏਗਾ, ਉਸ ਰੀਜ਼ਨ ਨੂੰ ਓਰੀਜਨ ਆਫ ਰੈਪਲੀਕੇਸ਼ਨ ਜਾਂ ਓਰੀ ਕਿਹਾ ਜਾਂਦਾ ਹੈ। ਓਰੀਜਨ ਆਫ ਰੈਪਲੀਕੇਸ਼ਨ, ਓਰੀ ਯਾਦ ਰੱਖਿਓ। DNA ਪੋਲੀਮਰੇਜ਼ ਜਿਹੜਾ ਹੁੰਦਾ ਲਾਰਜ ਨੰਬਰ ਆਫ ਨਿਊਕਲੀਓਟਾਈਡ ਹੁੰਦੇ ਆ। DNA ਪੋਲੀਮਰੇਜ਼ ਜਿਹੜਾ ਹੈਗਾ ਉਹ ਲਾਰਜ ਨੰਬਰ ਨਿਊਕਲੀਓਟਾਈਡ ਜਿਹੜੇ ਉਹ ਬੜੀ ਜਲਦੀ ਤਿਆਰ ਕਰ ਸਕਦਾ ਹੈ। ਡਿਊਰਿੰਗ ਦਾ ਕੋਰਸ ਆਫ ਰੈਪਲੀਕੇਸ਼ਨ ਟੂ ਸਟੈਂਡ ਡੂ ਨੋਟ ਕੰਪਲੀਮੈਂਟਰੀ ਓਪਨ ਪੂਰੀ ਤਰ੍ਹਾਂ ਨਹੀਂ ਖੁੱਲ੍ਹਦੇ ਆ। ਦੇਖੋ ਡਾਇਗਰਾਮ ਦੇ ਵਿੱਚ ਦੱਸਿਆ ਹੈ, ਬਟ ਇਹ ਸਮਾਲ ਓਪਨਿੰਗ ਫਾਰਮਸ ਹੁੰਦਾ ਹੈ ਜਿੱਥੇ ਰੈਪਲੀਕੇਸ਼ਨ ਅਕਰ ਹੋਏਗਾ। ਦੀ ਸਮਾਲ ਓਪਨਿੰਗ ਫਾਰਮ ਨੂੰ ਆਪਾਂ ਰੈਪਲੀਕੇਸ਼ਨ ਫੋਰ ਕਹਾਂਗੇ। ਜਿੱਥੇ ਰੈਪਲੀਕੇਸ਼ਨ ਫਾਰਮ ਹੋਏਗਾ ਉਸ ਏਰੀਏ ਨੂੰ ਜਿੱਥੋਂ ਖੁੱਲ੍ਹੇਗਾ ਉਸ ਨੂੰ ਰੈਪਲੀਕੇਸ਼ਨ ਫੋਰ ਕਹਾਂਗੇ। DNA ਪੋਲੀਮਰੇਜ਼ ਜਿਹੜਾ ਹੈਗਾ ਉਹ ਸਿਰਫ ਤੇ ਸਿਰਫ 5th ਤੋਂ 3rd ਡਾਇਰੈਕਸ਼ਨ ਵਿੱਚ ਹੋਏਗਾ, ਅਤੇ
ਡਿਸਕੰਟੀਨਿਊ ਫਰੈਗਮੈਂਟ ਫਾਰਮ ਜਿਹੜੇ ਹੁੰਦੇ ਆ ਉਸ ਤੋਂ ਬਾਅਦ ਜਦੋਂ ਇਹ ਬਣ ਜਾਣਗੇ ਉਸ ਤੋਂ ਬਾਅਦ ਇਹਨਾਂ ਨੂੰ ਜੋੜਨ ਦਾ ਕੰਮ ਜਿਹੜਾ ਲਾਸਟ ਦੇ ਵਿੱਚ DNA ਲਾਈਗੇਜ਼ ਐਂਜ਼ਾਈਮ ਕਰੇਗਾ। ਤਾਂ ਤੁਸੀਂ ਦੇਖੋ ਦੋ ਐਂਜ਼ਾਈਮ ਵਰਤੇ ਗਏ, ਸਟਾਰਟਿੰਗ ਵਿੱਚ DNA ਡਿਪੈਂਡੈਂਟ DNA ਪੋਲੀਮਰੇਜ਼ ਐਂਡ ਲਾਸਟ ਦੇ ਵਿੱਚ DNA ਲਾਈਗੇਜ਼ ਸੀਗਾ ਜਿਸ ਨੇ ਇਸ ਰੈਪਲੀਕੇਸ਼ਨ ਨੂੰ ਕੰਪਲੀਟ ਕੀਤਾ। ਹੁਣ ਇਹਨਾਂ ਨੋਟਸ ਨੂੰ ਵੀ ਧਿਆਨ ਨਾਲ ਪੜ੍ਹੋ, NCERT ਬੁੱਕਸ ਵੀ ਪੜ੍ਹੋ, ਮੈਂ ਤੁਹਾਨੂੰ ਕੁਝ ਨੋਟਸ ਹੋਰ ਵੀ ਸ਼ੇਅਰ ਕੀਤੇ ਹੈ, ਸਾਰਿਆਂ ਨੂੰ ਪੜ੍ਹੋ ਅਤੇ DNA ਰੈਪਲੀਕੇਸ਼ਨ ਵਾਲਾ ਜਿਹੜਾ ਟੌਪਿਕ ਹੈ ਉਹਨੂੰ ਬੜੇ ਵਧੀਆ ਤਰੀਕੇ ਨਾਲ ਕਰ ਲਓ। ਆਪਾਂ ਹੁਣ ਚਾਰ ਟੌਪਿਕ ਮੇਨਲੀ ਕੀਤੇ। ਪਹਿਲਾ ਵਾਟਸਨ DNA ਡਬਲ ਹੈਲਿਕਸ ਮਾਡਲ, ਫਿਰ ਆਪਾਂ ਦੇਖਿਆ ਕਿ DNA ਦੀ ਪੈਕਿੰਗ ਕਿਵੇਂ ਹੁੰਦੀ ਹੈ, ਫਿਰ ਆਪਾਂ ਗੱਲ ਕੀਤੀ ਹੈ ਕਿ ਜਿਹੜਾ ਜੈਨੇਟਿਕ ਮਟੀਰੀਅਲ ਕਿਹੜਾ ਹੈ ਉਹਦੇ ਬਾਰੇ ਗੱਲ ਕੀਤੀ, ਚੰਗਾ ਜੈਨੇਟਿਕ ਮਟੀਰੀਅਲ ਕਿਹੜਾ ਉਹਦੇ ਬਾਰੇ ਗੱਲ ਕੀਤੀ ਹੈ, ਫਿਰ ਉਸ ਤੋਂ ਬਾਅਦ ਗੱਲ ਕੀਤੀ ਆਪਾਂ DNA ਰੈਪਲੀਕੇਸ਼ਨ ਦੀ। ਇਹਨਾਂ ਚਾਰਾਂ ਕੁਐਸਚਨ ਨੂੰ ਅੱਜ ਸ਼ਾਮ ਤੱਕ ਕੰਪਲੀਟ ਕਰੋ ਅਤੇ ਮੈਨੂੰ ਦੱਸੋ ਤੁਹਾਨੂੰ ਸਮਝ ਆ ਗਏ। ਹਰੇਕ ਸਟੂਡੈਂਟ ਇਸ ਲਈ ਜ਼ਰੂਰ ਰਿਪਲਾਈ ਕਰੇਗਾ। ਥੈਂਕ ਯੂ।